ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਸੱਚੀਆਂ ਕਹਾਣੀਆਂ 'ਤੇ। ਗਰੀਬੀ ਦੀ ਖੁਰਾਕ ਬਹੁਤ ਮੰਦੇ ਹਾਲ 'ਚ ਲੰਘ ਰਹੀ ਸੀ। ਮੈਂ ਆਪਣੀ ਮਾਂ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ। ਕਿੰਜ ਮੇਰੀ ਮਾਂ ਦੁਨੀਆ ਦੇ ਤਾਨੇ ਮੈਨੇ ਸੁਣ ਮੇਰੀ ਇੱਕ ਤਕਲੀਫ ਨੂੰ ਕਿੱਦਾਂ ਤਸੱਲੀ ਦਿੰਦੀ ਹੈ। ਜ਼ਖਮ ਤਾਂ ਬਹੁਤ ਮਿਲੇ ਸੀ, ਪਰ ਅੱਜ ਵੀ ਤਸੱਲੀ ਨਾ ਦਿੰਦੀ ਦੁਨੀਆ ਤੋਂ ਪਰੇ ਵੀ ਰਹਿੰਦੀ ਹੈ। ਦੁਨੀਆ ਜਦੋਂ ਤਕਦੀਰ ਬਦਲ ਜਾਣ 'ਤੇ ਖੁਸ਼ ਦਿਖਾਈ ਦਿੰਦੀ ਹੈ ਤਾਂ ਦੁਨੀਆ ਮੇਰੇ ਪਿਤਾ ਜੀ ਨਹੀਂ ਸਨ। ਉਹ ਸ਼ਰਾਬ ਬਹੁਤ ਪੀਣ ਲੱਗ ਪਏ ਸੀ। ਉਹਨਾਂ ਦੀ ਆਦਤ ਬਣ ਗਈ ਸੀ। ਇੱਕ ਦਿਨ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਅਚਾਨਕ ਉਹ ਵਾਹਿਗੁਰੂ ਜੀ ਨੂੰ ਪਿਆਰੇ ਹੋ ਗਏ। ਮੈਂ ਬਹੁਤ ਰੋਈ। ਮੇਰੀ ਮਾਂ ਬਹੁਤ ਜ਼ਿਆਦਾ ਦੁਖੀ ਸੀ, ਪਰ ਮਾਂ ਨੇ ਹਿੰਮਤ ਨਾ ਹਾਰਦੇ ਹੋਏ ਮੈਨੂੰ ਇੱਕ ਗੱਲ ਆਖੀ, ਮੇਰੀ ਧੀ ਰਾਣੀ, ਤੈਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਤੂੰ ਮੈਥੋਂ ਕਦੇ ਵੱਖ ਨਾ ਹੋਵੀਂ। ਤੈਨੂੰ ਦੁਨੀਆ ਤੋਂ ਪਰੇ ਰੱਖ ਕੇ ਤੈਨੂੰ ਸਮਝਦਾਰ ਬਣਾਵਾਂਗੀ। ਤੈਨੂੰ ਵੱਡੇ ਸਕੂਲ ਲਾਵਾਂਗੀ। ਮੇਰੇ ਪਿਤਾ ਜੀ ਨੂੰ ਅੱਜ ਮੈਥੋਂ ਦੂਰ ਗਏ ਪੂਰੇ 8 ਸਾਲ ਹੋ ਗਏ। ਮੇਰਾ ਘਰ ਬਹੁਤ ਛੋਟਾ ਤੇ ਕੱਚਾ ਹੈ। ਜਦੋਂ ਵੀ ਤੇਜ਼ ਬਾਰਿਸ਼ ਆਉਂਦੀ ਤੇ ਛੱਤ ਵਿੱਚੋਂ ਪਾਣੀ ਵੀ ਟਪਕਦਾ ਹੈ। ਮੇਰੀ ਮਾਂ ਕੱਪੜੇ ਸਿਉਣ ਦਾ ਕੰਮ ਕਰਦੀ ਹੈ। ਉਹਨਾਂ ਨੇ ਇੱਕ ਇੱਕ ਪੈਸਾ ਜੋੜ ਮੈਨੂੰ ਵੱਡੇ ਸਕੂਲ ਪੜ੍ਹਨ ਲਾਇਆ। ਉਹਨਾਂ ਨੇ 8 ਸਾਲ ਪਹਿਲਾਂ ਇਹ ਗੱਲ ਕਹੀ। ਉਹ ਅੱਜ ਵੀ ਮੈਨੂੰ ਯਾਦ ਹੈ। ਮੈਂ ਮਾਂ ਦੇ ਪਿਆਰ ਨੂੰ ਕਦੇ ਨਹੀਂ ਭੁੱਲ ਸਕਦੀ। ਮੈਂ ਉਹਨਾਂ ਬੱਚਿਆਂ ਦੀ ਗੱਲ ਦੱਸਦੀ ਹਾਂ ਜਿਨ੍ਹਾਂ ਨੇ ਕਦੇ ਦੁੱਖ ਨਹੀਂ ਦੇਖੇ, ਜਿਨ੍ਹਾਂ ਨੇ ਕਦੇ ਕਦਰ ਨਹੀਂ ਕੀਤੀ। ਮਾਪਿਆਂ ਦੇ ਪੈਸੇ ਸਿਰਫ ਐਸ਼ ਕੀਤੀ। ਜ਼ਿੰਦਗੀ ਨੂੰ ਇੱਕ ਚੰਗਾ ਰਾਹ ਨਹੀਂ ਸਮਝ ਕੇ ਜ਼ਿੰਦਗੀ ਨੂੰ ਮਜ਼ਾਕ ਦੇ ਰੂਪ 'ਚ ਕੱਟ ਰਹੇ ਆ। ਮੈਂ ਕਦੇ ਕਦੇ ਰੋ ਪੈਂਦੀ ਹਾਂ, ਪਰ ਮਾਂ ਮੇਰੀ ਦਿੱਤੀ ਹਿੰਮਤ ਮੇਰੇ ਚੇਤੇ ਰੱਖਦੀ ਹਾਂ। ਜ਼ਿੰਦਗੀ ਦੇ ਕੁਝ ਪਲ ਬਹੁਤ ਕੀਮਤੀ ਹੁੰਦੇ ਸਾਂ, ਪਰ ਅਸੀਂ ਅਣਜਾਣ ਤਸਵੀਰ ਵਾਂਗ ਵੇਖਦੇ ਰਹਿੰਦੇ ਹਾਂ। ਸਾਨੂੰ ਨਿੱਕੀ ਉਮਰੇ ਸਕੂਲ ਲਾਇਆ ਜਾਂਦਾ ਹੈ, ਪਰ ਅਸੀਂ ਮਸਤੀ ਕਰਦੇ ਹਾਂ, ਕਿਉਂਕਿ ਸਾਨੂੰ ਨਾ ਕੋਈ ਫਿਕਰ ਹੁੰਦੀ ਹੈ, ਨਾ ਦੂਜਿਆਂ ਦਾ ਦਰਦ ਦੀ ਤਕਲੀਫ। ਮੈਂ ਕੱਲ੍ਹ ਵੀ ਮਾਂ ਦੀ ਧੀ ਸੀ, ਅੱਜ ਵੀ ਮਾਂ ਦੀ ਧੀ। ਮੇਰਾ ਪਿਆਰ, ਮੇਰੀ ਮਾਂ, ਮੇਰਾ ਰੱਬ, ਮੇਰੀ ਮਾਂ। ਜ਼ਿੰਦਗੀ ਸਿਰਫ ਪੜ੍ਹਨਾ ਹੀ ਨਹੀਂ ਸਿਖਾਉਂਦੀ, ਜ਼ਿੰਦਗੀ ਤਕਲੀਫ ਨਾਲ ਲੜਨਾ ਵੀ ਸਿਖਾਉਂਦੀ ਹੈ। ਕਦੇ ਦੁੱਖ ਮਿਲੇ, ਕਦੇ ਸੁੱਖ। ਜ਼ਿੰਦਗੀ ਮੇਰੀ ਮਾਂ, ਖੁਸ਼ ਹੋ ਜਾਓ। ਜਦੋਂ ਵੀ ਮੈਂ ਸਕੂਲ ਘਰ ਆਉਣਾ, ਮਾਂ ਮੇਰੀ ਨੇ ਗੱਲ ਲਾਉਣਾ, ਪੁੱਛੋ ਮੈਥੋਂ ਦਿਨ ਕਿੱਦਾਂ ਰਿਹਾ ਧੀ ਰਾਣੀ। ਮੇਰਾ ਜਵਾਬ, ਦਿਨ ਲੰਘਦਾ ਗਿਆ, ਕੋਈ ਖਾਸ ਨਾ ਮਾਂ ਮੇਰੀ, ਪਰ ਤੇਰੀ ਧੀ ਮਾਂ ਤੈਨੂੰ ਯਾਦ ਕਰਦੀ ਹੈ। ਹੁਣ ਵੀ ਮਾਂ ਕੱਪੜੇ ਸੀ ਰਹੀ ਸੀ। ਮੈਂ ਉਹਨਾਂ ਵੱਲ ਵੇਖਦੀ ਰਹਿੰਦੀ, ਕੁਝ ਸਮਝਦੀ ਰਹਿੰਦੀ। ਮੈਂ ਮਾਂ ਤੋਂ ਕੁਝ ਪੁੱਛਦੀ ਹਾਂ, ਮਾਂ, ਜ਼ਿੰਦਗੀ ਦੇ ਵਿੱਚ ਗੱਲਬਾਤ ਦਾ ਹੋਣਾ ਜ਼ਰੂਰੀ ਜਾਂ ਪੜ੍ਹਨਾ? ਮੇਰੀ ਮਾਂ ਆਖੇ, ਮੇਰੀ ਧੀ ਰਾਣੀ, ਗੱਲ ਬਹੁਤ ਵੱਡੀ ਕੀਤੀ ਤੂੰ। ਹਮੇਸ਼ਾ ਸਵਾਲ ਕਰਦੀ ਆ ਤੂੰ। ਕਦੇ ਕਦੇ ਮੈਂ ਸੋਚਦੀ ਹਾਂ ਮੈਂ ਆਪਣੀ ਧੀ ਨੂੰ ਕਿੰਝ ਖੁਸ਼ ਰੱਖ ਸਕੀ। ਮੇਰੀ ਧੀ ਰਾਣੀ ਕਦੇ ਜਿੱਦ ਨਹੀਂ ਕਰੀਦੀ, ਕਦੇ ਪੈਸੇ ਨਹੀਂ ਮੰਗੀਦੇ। ਜੇ ਮੈਂ ਦੇ ਦਿਆਂ ਤਾਂ ਗੁਲਕ ਵਿੱਚ ਜਮ੍ਹਾਂ ਕਰਦੀ। ਬਹੁਤ ਸਿਆਣੀ ਮੇਰੀ ਧੀ ਰਾਣੀ। ਗੱਲਬਾਤ ਤਾਂ ਹੋਣੀ ਜ਼ਰੂਰੀ ਨਹੀਂ, ਪਰ ਜੇ ਗੱਲ ਸਮਝਿਆ ਤੇ ਮੌਕੇ 'ਤੇ ਜਵਾਬ ਦਿੱਤਾ ਜਾਵੇ ਤਾਂ ਗੱਲਬਾਤ ਦਾ ਹੋਣਾ ਬਹੁਤ ਜ਼ਰੂਰੀ ਹੈ। ਲੇਕਿਨ ਗੱਲ ਪੜ੍ਹਾਈ ਦੀ ਹੈ। ਜੇ ਧੀ ਰਾਣੀ ਤੂੰ ਪੜ੍ਹ ਲਿਖ ਕੇ ਕੁਝ ਬਣ ਜਾਵੇਂ ਤਾਂ ਮੇਰੇ ਸਾਰੇ ਦੁੱਖ ਦੂਰ ਹੋ ਜਾਣ। ਮੈਂ ਜੇ ਪੜ੍ਹੀ ਹੁੰਦੀ ਧੀ ਰਾਣੀ ਤਾਂ ਇਹ ਦਿਨ ਨਹੀਂ ਦੇਖਣੇ ਪੈਣੇ ਸੀ। ਗੱਲਬਾਤ ਵੀ ਜ਼ਰੂਰੀ ਹੈ ਧੀ ਰਾਣੀ। ਜ਼ਿੰਦਗੀ 'ਚ ਪੜ੍ਹਾਈ ਕੀਤੇ ਜਾਣਾ ਜ਼ਰੂਰੀ ਹੈ। ਮੈਂ ਆਪਣੀ ਮਾਂ ਦੀ ਹਰ ਕਹੀ ਗੱਲ ਹਮੇਸ਼ਾ ਯਾਦ ਰੱਖਦੀ ਸਾਂ। ਮੇਰੀ ਮਾਂ ਜਦੋਂ ਵੀ ਘਰੋਂ ਬਾਹਰ ਰਾਸ਼ਨ ਲੈਣ ਜਾਂਦੀ ਤਾਂ ਲੋਕ ਉਹਨਾਂ ਨੂੰ ਤਾਨੇ ਮਾਰਦੇ ਸਨ। ਮੈਂ ਜਦੋਂ ਛੋਟੀ ਸੀ ਉਸ ਵੇਲੇ ਵੀ ਲੋਕ ਤਾਨੇ ਮਾਰਦੇ ਸੀ। ਉਹ ਹਰ ਵਾਰ ਮੇਰੀ ਮਾਂ ਨੂੰ ਅਨਪੜ੍ਹ, ਜਹੇਲ, ਬੇਹਾਰਾ ਆਖ ਬੁਲਾਉਂਦੇ। ਮੈਨੂੰ ਬਹੁਤ ਗੁੱਸਾ ਆਉਂਦਾ ਉਹਨਾਂ ਦੀ ਇਹ ਗੱਲ ਸੁਣ ਕੇ, ਪਰ ਮੇਰੀ ਮਾਂ ਮੈਨੂੰ ਸਮਝਾ ਦਿੰਦੀ, ਤਸੱਲੀ ਦਿੰਦੀ। ਮਾਂ ਹਮੇਸ਼ਾ ਇਹ ਗੱਲ ਕਹਿੰਦੀ, ਜੇ ਧੀ ਰਾਣੀ ਪਾਪ ਦੇ ਘੜੇ ਹਮੇਸ਼ਾ ਲਈ ਭਰ ਜਾਣ ਤਾਂ ਗੁੱਸਾ ਗਿਲਾ ਸਭ ਵਕਤ ਛੱਡ ਦੇਣਾ ਚਾਹੀਦਾ ਹੈ। ਇੱਦਾਂ ਨਾਲ ਦੁੱਖ ਹੋਊ, ਪਰ ਹੌਲੀ ਹੌਲੀ ਇਨਸਾਨ ਆਪਣੀ ਗਲਤੀ ਮੰਨ ਲੈਂਦਾ। ਮਾਂ ਮੇਰੀ ਦੀ ਗੱਲ ਮੈਨੂੰ ਸਮਝ ਆ ਗਈ। ਦੁਨੀਆ ਦਿਖਦੀ ਭਾਵੇਂ ਵੱਡੀ ਹੋਵੇ, ਗੱਲ ਦਾ ਤਾਨਾ ਕੱਸਦੀ ਹੋਵੇ, ਵਾਹਿਗੁਰੂ ਜੀ ਨੂੰ ਸਭ ਪਿਆਰੀ ਏ। ਮੇਰੀ ਮਾਂ ਨੂੰ ਮੇਰੀ ਉਮਰ ਲੱਗਦੀ ਹੋਵੇ। ਇੱਕ ਦਿਨ ਮੈਂ 10ਵੀਂ ਵਿੱਚੋਂ ਪਹਿਲੇ ਸਥਾਨ 'ਤੇ ਵੱਲ ਆਈ ਸਾਂ। ਮੈਨੂੰ ਸਕੂਲ ਇਨਾਮ ਦਿੱਤਾ ਗਿਆ। ਇਨਾਮ ਵਿੱਚ ਕੁਝ ਪੈਸੇ ਵੀ ਦਿੱਤੇ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਮਾਂ
ਮੈਂ ਆਪਣੀ ਮਾਂ ਦੀਆਂ ਅੱਖਾਂ ਮੀਚ ਲਈਆਂ ਤੇ ਮਾਂ ਖੁਸ਼ਖਬਰੀ ਦਿੰਦੇ ਹੋਏ ਇਹ ਕਿਹਾ, ਅੱਜ ਮਾਂ ਮੇਰੀ ਤੇਰੀ ਧੀ ਨੇ ਕੁਝ ਵਿਖਾਇਆ ਹੈ, ਜ਼ਿੰਦਗੀ ਤੇਰੇ ਤੋਂ ਸਿੱਖ ਕੁਝ ਬਣਨਾ ਚਾਹਿਆ ਹੈ, ਤੈਨੂੰ ਕਦੇ ਨਿਰਾਸ਼ ਨਹੀਂ ਕਰਾਂਗੀ। ਮੇਰੀ ਮਾਂ ਨੇ ਮੈਨੂੰ ਘੁੱਟ ਗਲ ਲਾ ਲਿਆ ਤੇ ਪਿਆਰ ਦਿੰਦੇ ਹੋਏ ਇਹੋ ਹੀ ਕਿਹਾ, ਧੀ ਰਾਣੀ ਮੈਨੂੰ ਮਾਣ ਹੈ, ਤੈਨੂੰ ਮੈਂ ਜਨਮ ਦਿੱਤਾ, ਤੂੰ ਮੇਰਾ ਸੁਪਨਾ ਜ਼ਰੂਰ ਪੂਰਾ ਕਰੇਂਗੀ। ਮੇਰੀ ਮਾਂ ਹੁਣ ਰੋਣ ਲੱਗ ਪੈਂਦੇ, ਨਾ ਮਾਏ ਤੂੰ ਰੋ ਨਾ, ਤੇਰੇ ਕਰਕੇ ਤਾਂ ਅੱਜ ਵੱਲ ਆਈ ਆ, ਤੇਰੇ ਮੁੱਖ ਤੇ ਹਮੇਸ਼ਾ ਖੁਸ਼ੀ ਰਵੇ ਤੇ ਮੈਂ ਤਾਂ ਸਿਰਫ ਇਹੀ ਚਾਹੁੰਦੀ ਆ। ਮੈਂ ਵੀ ਰੋਣ ਲੱਗ ਪੈਂਦੀ ਆ। ਇੱਕ ਦਿਨ ਮਾਂ ਮੇਰੀ ਸੂਟ ਸੀ ਰਹੀ ਸੀ ਮੇਰੇ ਵਾਸਤੇ, ਉਸ ਦਿਨ ਐਤਵਾਰ ਸੀ, ਮੈਂ ਘਰੇ ਹੀ ਸੀ ਤੇ ਮੈਂ ਆਪਣੇ ਕਮਰੇ ਵਿੱਚ ਸੀ, ਮੈਂ ਪੜ੍ਹਾਈ ਕਰਦੀ ਪਈ ਸੀ। ਅਚਾਨਕ ਇੱਕ ਆਵਾਜ਼ ਆਉਂਦੀ ਹੈ ਪਰ ਮੈਂ ਬਾਹਰ ਨਹੀਂ ਜਾਂਦੀ, ਦਰਵਾਜ਼ਾ ਬੰਦ ਹੁੰਦਾ ਮੈਂ ਕਮਰੇ ਦਾ, ਕਿਉਂਕਿ ਮੈਂ ਪੜ੍ਹਾਈ ਕਰ ਰਹੀ ਸੀ। ਮੈਂ ਦਰਵਾਜ਼ੇ ਕੋਲ ਜਾਂਦੀ ਆ ਤਾਂ ਕੰਨ ਲਾ ਕੇ ਸੁਣਦੀ ਆ, ਮੇਰੀ ਮਾਂ ਨਾਲ ਕੋਈ ਔਰਤ ਗੱਲ ਕਰਦੀ ਹੈ, ਸ਼ਾਇਦ ਸਾਡੇ ਹੀ ਰਿਸ਼ਤੇ ਦੀ। ਮੇਰੀ ਮਾਂ ਨਾਲ ਕੋਈ ਔਰਤ ਗੱਲ ਕਰਦੀ ਹੈ, ਸ਼ਾਇਦ ਸਾਡੀ ਹੀ ਰਿਸ਼ਤੇਦਾਰ ਸੀ। ਮੈਂ ਸ਼ਕਲ ਨਹੀਂ ਸੀ ਵੇਖੀ, ਉਹ ਮੇਰੀ ਮਾਂ ਨੂੰ ਕੁਝ ਕਹਿੰਦੀ ਹੈ, ਮੈਂ ਬਹੁਤ ਧਿਆਨ ਨਾਲ ਸੁਣਦੀ ਆ। ਮੇਰੀ ਮਾਂ ਉਹਨੂੰ ਭੈਣ ਜੀ ਆਖ ਬੁਲਾਉਂਦੀ ਹੈ। ਉਹ ਗੱਲ ਕਰਦੇ ਸਨ ਇੱਕ ਦੂਜੇ ਨਾਲ, ਜੋ ਭੈਣ ਜੀ ਹੁੰਦੀ ਹੈ। ਉਹ ਇਹ ਕਹਿੰਦੇ ਸਨ ਕਿ ਦੇਖ ਨੀ ਸਤਿੰਦਰ ਕੌਰ, ਤੈਨੂੰ ਆਪਣੀ ਧੀ ਦਾ ਵਾਸਤਾ, ਤੂੰ ਇੱਥੋਂ ਦੂਰ ਚਲੀ ਜਾ, ਤੇਰਾ ਇੱਥੇ ਰਹਿਣਾ ਠੀਕ ਨਹੀਂ, ਤੂੰ ਜ਼ਮੀਨ ਵੇਚ ਕਿਉਂ ਨਹੀਂ ਦਿੰਦੀ, ਤੈਨੂੰ ਲੋਕਾਂ ਨੇ ਤਾਨੇ ਮਿਹਣੇ ਮਾਰ ਦੇਣੇ, ਕਦੋਂ ਤੱਕ ਇੰਜ ਜੀਵੇਂਗੀ, ਤੈਨੂੰ ਆਪਣੀ ਧੀ ਦਾ ਪੂਰਾ ਫਿਕਰ ਨਹੀਂ, ਕੱਲ ਨੂੰ ਉਹਨੇ ਜਵਾਨ ਹੋ ਜਾਣਾ ਹੈ, ਉਹਨੇ ਵਿਆਹ ਵੀ ਫਿਰ ਤੂੰ ਇਕੱਲੀ ਰਹਿ ਜਾਣਾ, ਫਿਰ ਕੀ ਕਰੇਂਗੀ, ਤੈਨੂੰ ਸਮਝਾਉਣ ਲਈ ਆਈ ਆ। ਮਾਂ ਮੇਰੀ ਹਿੰਮਤ ਕਰ, ਇੱਕੋ ਗੱਲ ਕਹਿੰਦੀ ਆ, ਵੇਖ ਭੈਣ ਜੀ ਤੁਹਾਡਾ ਮੇਰਾ ਕੋਈ ਰਿਸ਼ਤਾ ਨਹੀਂ, ਲੇਕਿਨ ਮੇਰੀ ਧੀ ਮੇਰੇ ਲਈ ਜਾਨ ਹੈ, ਉਹਦੀ ਖੁਸ਼ੀ ਲਈ ਮੈਂ ਕੁਝ ਵੀ ਕਰਾਂਗੀ, ਪਰ ਇਹ ਘਰ ਮੈਂ ਨਹੀਂ ਵੇਚਾਂਗੀ। ਗੱਲ ਲੋਕਾਂ ਦੇ ਤਾਨੇ ਦੀ ਮੈਂ ਸਵਾਵਾਂਗੀ ਦੁੱਖ ਜਦੋਂ ਮੇਰੀ ਧੀ ਕੁਝ ਬਣ ਨਹੀਂ ਜਾਂਦੀ। ਅੱਜ ਤੋਂ ਬਾਅਦ ਮੇਰੇ ਘਰ ਆਉਣ ਦੀ ਕੋਈ ਲੋੜ ਨਹੀਂ, ਤੁਹਾਡੇ ਲਈ ਬੂਹੇ ਬੰਦ ਹੈ ਅੱਜ ਤੋਂ, ਚਲੋ ਜਾਓ ਤੁਸੀਂ ਹੁਣ। ਮੈਂ ਇੱਕ ਗੱਲ ਬਹੁਤ ਗੌਰ ਨਾਲ ਸੁਣੀ, ਹੁਣ ਮੇਰਾ ਮਨ ਵਾਰ-ਵਾਰ ਕੁਝ ਇੱਕ ਕਰਨ ਲਈ ਕਹਿੰਦਾ, ਮੈਂ ਆਪਣੀ ਮਾਂ ਦਾ ਖੋਇਆ ਹੱਕ ਵਾਪਸ ਲੈ ਕੇ ਆਉਣਾ ਚਾਹੁੰਦੀ ਸਾਂ, ਬਹੁਤ ਮਿਹਨਤ ਕਰਾਂਗੀ, ਜ਼ਿੰਦਗੀ ਦੇ ਵਿੱਚ ਹੱਕ ਦੀ ਲੜਾਈ ਲੜਾਂਗੀ, ਕਦੇ ਮਾਂ ਦਾ ਦਿਲ ਨਹੀਂ ਤਰਫਾਵਾਂਗੀ। ਅੱਜ 5 ਸਾਲ ਹੋ ਗਏ, ਮੇਰੀ ਡਿਗਰੀ ਪੂਰੀ ਹੋ ਚੁੱਕੀ, ਅੱਜ ਮੈਂ 21 ਸਾਲਾਂ ਦੀ ਹੋਈ ਸਾਂ। ਮੇਰੀ ਮਾਂ ਮੇਰਾ ਇੰਤਜ਼ਾਰ ਵਿੱਚ ਸੋਚਦੀ ਰਹਿੰਦੀ, ਕਦੇ ਮੇਰੀ ਧੀ ਰਾਣੀ ਘਰ ਮੁੜ ਆਵੇਗੀ, ਕਦੋਂ ਮੈਨੂੰ ਆ ਕੇ ਸਵਾਲ ਜਵਾਬ ਕਰੇਗੀ। ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਮਾਂ ਦਾ ਕੀਤਾ ਹੌਸਲਾ ਤੇ ਮਿਹਨਤ ਨਾਲ ਕੱਪੜੇ ਸਿੱਕੇ ਇੱਕ ਪੈਸਾ ਜੋੜ ਕੇ ਅੱਜ ਜੋ ਮੇਰੇ ਤੇ ਲਾਇਆ, ਉਹ ਮੈਂ ਸਾਰੀ ਉਮਰੇ ਨਹੀਂ ਭੁੱਲ ਸਕਦੀ। ਮੇਰੇ ਕੋਲ ਸਿਰਫ 3 ਮਹੀਨੇ ਸਨ, ਮੈਂ ਫਾਰਮ ਭਰੇ ਸੀ ਪੁਲਿਸ ਦੇ, ਮੈਂ ਹਰ ਵੱਲ ਆਈ ਤੇ ਸਾਰੇ ਮੈਥੋਂ ਬਹੁਤ ਖੁਸ਼ ਸੀ। ਕਾਲਜ ਵਿੱਚ ਮੈਨੂੰ ਨੌਕਰੀ ਲਗਾਉਣ ਦੇ ਸੰਬੰਧ ਵੱਡੇ ਲੋਕ ਆਏ, ਪਰ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ। ਮੈਨੂੰ ਆਪਣੀ ਮਾਂ ਦਾ ਖੋਇਆ ਹੱਕ ਵਾਪਸ ਲੈ ਕੇ ਆਉਣਾ ਸੀ। ਮੈਂ ਆਪਣੀ ਮਾਂ ਨੂੰ ਸਭ ਸੱਚ ਦੱਸ ਦਿੰਦੀ ਆ। ਮੇਰੀ ਮਾਂ ਮੇਰਾ ਕਦੇ ਗੁੱਸਾ ਨਹੀਂ ਕਰਦੀ, ਉਹਨਾਂ ਨੂੰ ਪਤਾ ਸੀ ਮੇਰੀ ਧੀ ਜੋ ਸੋਚਦੀ ਉਹ ਵੱਡੀ ਗੱਲ ਹੈ। ਮੈਂ ਆਪਣੀ ਨੂੰ ਇਹ ਕਿਹਾ, ਮਾਂ ਮੇਰੀਏ ਕਿੰਨਾ ਵਕਤ ਕਿੰਜ ਲੰਘ ਗਿਆ, ਹੰਝੂਆਂ ਦੇ ਮੁੱਕ ਜਾਣ ਦਾ ਪਤਾ ਨਾ ਲੱਗਾ। ਅੱਜ ਮੈਂ ਸੱਚ ਦੱਸਣਾ ਚਾਹੁੰਦੀ ਹਾਂ, ਮੈਂ ਕੱਲ ਨੌਕਰੀ ਦਾ ਪਹਿਲਾ ਦਿਨ ਹੈ, ਮੈਂ ਚਾਹੁੰਦੀ ਅੱਜ ਹੀ ਸਭ ਸੱਚ ਦੱਸ ਦਿੰਦਾ। ਮਾਂ ਮੇਰੇ ਕਮਰੇ 'ਚ ਪੜ੍ਹਦੀ ਸੀ, ਤੁਸੀਂ ਬੂਹਾ ਬੰਦ ਕਰਕੇ ਪੜ੍ਹਨ ਲਈ ਕਹਿੰਦੇ ਸੀ। ਅੱਜ 5 ਸਾਲ ਪਹਿਲਾਂ ਮਾਂ ਐਤਵਾਰ ਦਾ ਦਿਨ ਸੀ, ਮੈਂ ਆਪਣੇ ਕਮਰੇ 'ਚ ਪੜ੍ਹਦੀ ਹੋਈ ਸੀ। ਥੋੜ੍ਹੀ ਦੇਰ ਬਾਅਦ ਇੱਕ ਆਵਾਜ਼ ਆਉਂਦੀ, ਕੋਈ ਭੈਣ ਜੀ ਘਰੇ ਆਈ ਸੀ, ਮੈਂ ਜਾਣਦੀ ਨਹੀਂ, ਲੇਕਿਨ ਉਹ ਗੱਲ ਸੁਣ ਰਹੀ ਸੀ। ਉਸ ਦਿਨ ਤੋਂ ਤੁਸੀਂ ਉਹਨਾਂ ਨੂੰ ਜਵਾਬ ਦਿੱਤਾ ਸੀ, ਅੱਜ ਉਹੀ ਜਵਾਬ। ਮਾਂ ਤੁਹਾਡੀ ਕਿਸਮਤ ਬਦਲ ਦਿੱਤੀ, ਮੈਂ ਪੁਲਿਸ ਵਿੱਚ ਭਰਤੀ ਹੋ ਗਈ ਹਾਂ। ਮਾਂ ਮੈਨੂੰ ਉੱਚਾ ਅਹੁਦਾ ਨੌਕਰੀ ਮਿਲੀ ਹੈ। ਮਾਂ ਮੇਰੀ ਮਾਂ ਰੋਣ ਲੱਗ ਪੈਂਦੀ, ਮੈਨੂੰ ਘੁੱਟ ਗੱਲ ਲਾ ਲੈਂਦੀ। ਉਹ ਮੈਨੂੰ ਕਹਿੰਦੀ, ਮੇਰੀ ਧੀ ਰਾਣੀ ਤੈਨੂੰ ਤੇਰੀ ਕਿਸਮਤ ਅੱਗੇ ਲੈ ਕੇ ਆਈ ਹੈ, ਤੂੰ ਮਿਹਨਤ ਕੀਤੀ ਹੈ, ਕੁਝ ਬਣ ਨਹੀਂ ਪਈ, ਤੂੰ ਐਵੇਂ ਹੀ ਸਦਾ ਖੁਸ਼ ਰਹੀ, ਮੈਨੂੰ ਜ਼ਿੰਦਗੀ 'ਚ ਭੁੱਲ ਨਾ ਜਾਈ। ਮਾਂ ਇਹ ਕੀ ਕਹਿੰਦੇ ਹੋ ਤੁਸੀਂ, ਤੁਹਾਡੀ ਵਜ੍ਹਾ ਮੈਂ ਇੱਥੇ ਪਹੁੰਚੀ, ਅੱਜ ਜ਼ਿੰਦਗੀ ਤਾਂ ਮੇਰਾ ਇਮਤਿਹਾਨ ਸੀ, ਤੁਸੀਂ ਅੱਜ ਮੇਰੀ ਗੱਲ ਸੁਣਦੇ ਤਾਂ ਮੈਂ ਇਹ ਗੱਲ ਕਦੇ ਸਹਿਣ ਨਹੀਂ ਕਰ ਪਾਉਣੀ ਸੀ। ਅੱਜ ਤੋਂ ਬਾਅਦ ਤੁਸੀਂ ਪੂਰੇ ਮਾਣ ਨਾਲ ਘਰ ਤੋਂ ਬਾਹਰ ਨਿਕਲ ਸਕਦੇ ਹੋ, ਤੁਹਾਨੂੰ ਜੀਣ ਦਾ ਪੂਰਾ ਹੱਕ ਹੈ। ਹੁਣ ਕੋਈ ਆਖੇ ਕੁਝ, ਮੇਰੀ ਮਾਂ ਨੂੰ ਹੁਣ ਮਾਰੇ ਤਾਨੇ, ਮੇਰੀ ਮਾਂ ਜ਼ਿੰਦਗੀ ਦਾ ਸਬਕ ਬਣੀ ਆ, ਕੱਲੇ ਨੂੰ ਇਨਸਾਨ ਬਣਾਵਾਂਗੀ। ਮਾਂ ਮੈਨੂੰ ਆਸ਼ੀਰਵਾਦ ਦਿਓ। ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ। ਜਿਵੇਂ ਵਕਤ ਦੀ ਸੂਈ ਅੱਗੇ ਵੱਧਦੀ
ਜਾ ਰਹੀ ਸੀ, ਉਵੇਂ ਮੇਰੀ ਮਾਂ ਫਿਕਰਾਂ ਦੇ ਮਾਰੇ ਜ਼ਿੰਦਗੀ ਕੱਟਦੀ ਜਾ ਰਹੀ ਸੀ। ਮੈਂ ਆਪਣੀ ਮਾਂ ਨੂੰ ਖੁਸ਼ ਵੇਖਣਾ ਚਾਹੁੰਦੀ ਸੀ। ਜਿੰਨੇ ਫਿਕਰਾਂ ਦੇ ਵਿੱਚ ਤਸੱਲੀ ਦਿੰਦੇ ਹੋਏ ਹੀ ਕਿਹਾ, ਕਦੇ ਤਸੱਲੀ ਹੀ ਮੇਰੇ ਜੀਣ ਦਾ ਕਾਰਨ ਬਣੀ। ਰੱਬ ਦਾ ਰੂਪ ਮੇਰੀ ਮਾਂ ਸੀ, ਜੋ ਸਿੱਖਿਆ ਉਹ ਮੈਂ ਪਾਇਆ, ਕਿਉਂਕਿ ਗੁਰੂ ਮੇਰੀ ਮਾਂ ਸੀ। ਤਸੱਲੀ ਦਿੰਦੀ ਮੇਰੀ ਮਾਂ, ਅੱਜ ਬਹੁਤ ਖੁਸ਼ ਹਾਂ। ਸਿੱਖਿਆ ਕੋਈ ਫਰਕ ਨਹੀਂ ਪੁੱਤ ਤੇ ਧੀ ਵਿੱਚ, ਜ਼ਿੰਦਗੀ ਜੀਣਾ ਤਾਂ ਮਾਂ ਰੱਬ ਤੋਂ ਦੁਆ ਮੰਗੇ। ਮਿਹਨਤ ਕਰ ਕੁਝ ਬਣ ਜਾਵਾਂ, ਮੇਰੀ ਜ਼ਿੰਦਗੀ ਉਮਰ ਮੇਰੀ ਮਾਂ ਨੂੰ ਲੱਗ ਜੇ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ